TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਅਤੇ ਆਪ ਸਭਨਾਂ ਨੂੰ ਲੋਹੜੀ ਮੁਬਾਰਕ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਸਥਾਰ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ। ਪਰ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ। ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਆਖਰ ਸੁਪਰੀਮ ਕੋਰਟ ਨੇ ਜਸਟਿਸ ਮਲਹੋਤਰਾ ਦੀ ਅਗਵਾਈ ਵਿੱਚ ਬਣਾਈ 5 ਮੈਂਬਰੀ ਕਮੇਟੀ। ਯੂਪੀ ਵਿੱਚ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਕਰਾਰਾ ਝਟਕਾ। ਭਾਜਪਾ ਨੇ ਫਿਰ ਲਾਈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਨ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੀਤਾ ਵੱਡਾ ਐਲਾਨ। ਸਿੱਧੂ ਤੋਂ ਬਾਅਦ ਚੰਨੀ ਨੇ ਵੀ ਸੀਐਮ ਦੇ ਚਿਹਰੇ ਦੇ ਐਲਾਨ ਸੰਬੰਧੀ ਆਖੀ ਆਪਣੇ ਦਿਲ ਦੀ ਗੱਲ। ਅਤੇ ਬੈਂਸ ਭਰਾ ਭਾਜਪਾ ਵਿੱਚ ਜਾਣਗੇ ਜਾਂ ਫਿਰ ਕਰਨਗੇ ਗੱਠਜੋੜ, ਵੱਡੀ ਹਲਚਲ ਦੀ ਸੰਭਾਵਨਾ। ਦੋਸਤੋ, ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਇਹਦੇ ਤੋਂ ਪਹਿਲਾਂ ਕਿ ਇਹਦੇ ਤੇ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਇੱਕ ਵਾਰ ਫਿਰ ਤੋਂ ਲੋਹੜੀ ਮੁਬਾਰਕ। ਅਤੇ ਨਾਲ ਹੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਤੁਸੀਂ ਪ੍ਰੋਗਰਾਮ ਵੇਖ ਲਿਆ, ਸੁਣ ਰਹੇ ਹੋ, ਤੁਹਾਨੂੰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਜ਼ਰੂਰ ਕਰਨੇ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਖਬਰਾਂ ਨੂੰ ਵਿਸਥਾਰ ਨਾਲ ਵਿਚਾਰੀਏ। ਸੁਪਰੀਮ ਕੋਰਟ ਨੇ ਦਰਅਸਲ ਉਸ ਮੁੱਦੇ ਨੂੰ ਆਧਾਰ ਬਣਾ ਕੇ ਜਿਹੜੇ ਬੀਤੇ ਦਿਨੀ ਫਿਰੋਜ਼ਪੁਰ ਦੇ ਰੈਲੀ ਦੇ ਵਿੱਚ ਸੰਬੋਧਨ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਆ ਰਹੇ ਸੀ, ਕਹਿੰਦੇ ਸੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਸੰਨ ਲੱਗ ਗਈ, ਸੁਰੱਖਿਆ 'ਚ ਕੁਤਾਹੀ ਹੋਈ ਹੈ। ਇਸ ਮਾਮਲੇ ਦੀ ਜਾਂਚ ਦੇ ਵਾਸਤੇ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। 4 ਮੈਂਬਰ ਹੋਣਗੇ ਤੇ ਇੱਕ ਉਹਨਾਂ ਦੀ ਅਗਵਾਈ ਸਾਬਕਾ ਜੱਜ ਜਿਹੜੇ ਸੁਪਰੀਮ ਕੋਰਟ ਦੇ ਨੇ ਉਹ ਕਰਨਗੇ। ਕੁੱਲ 5 ਮੈਂਬਰ ਨੇ ਅਤੇ ਸੁਰੱਖਿਆ ਦੇ ਵਿੱਚ ਖਾਮੀਆਂ ਕਿਹੜੀਆਂ ਰਹਿ ਗਈਆਂ ਸੀ ਉਹਦੀ ਜਾਂਚ ਕਰੋ। ਅਗਵਾਈ ਇਹਨਾਂ ਦੀ ਕਰਨੀ ਹੈ ਜਸਟਿਸ ਇੰਦੂ ਮਲਹੋਤਰਾ ਹੋਰਾਂ ਨੇ। ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਸਾਰੀਆਂ ਮੌਜੂਦਾ ਜਾਂਚ ਕਮੇਟੀਆਂ ਤੇ ਵੀ ਰੋਕ ਲਗਾਈ ਹੋਈ ਹੈ। ਦੱਸਣਾ ਬਣਦਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਤੇ ਕੇਂਦਰ ਸਰਕਾਰ ਨੇ ਵੀ ਆਪੋ ਆਪਣੀਆਂ ਕਮੇਟੀਆਂ ਬਣਾ ਦਿੱਤੀਆਂ ਸੀ। ਦੋਵਾਂ ਨੇ ਆਖਿਆ ਸੀ ਕਿ ਉਹਨਾਂ ਨੂੰ ਇੱਕ ਦੂਸਰੇ ਦੀ ਜਾਂਚ ਕਮੇਟੀ ਦੇ ਉੱਤੇ ਭਰੋਸਾ ਕੋਈ ਨਹੀਂ। ਸੁਪਰੀਮ ਕੋਰਟ ਨੇ ਫਿਰ ਆਪਣੇ ਹੁਕਮਾਂ ਦੇ ਵਿੱਚ ਇਹ ਆਖ ਦਿੱਤਾ ਕਿ ਭਾਵੇਂ ਸਮਾਂ ਸੀਮਾ ਤਾਂ ਨਹੀਂ ਤੈਅ, ਪਰ ਜਲਦ ਰਿਪੋਰਟ ਦਿੱਤੀ ਜਾਵੇ ਅਤੇ ਕਮੇਟੀ ਇਸ ਗੱਲ ਦਾ ਅਧਿਐਨ ਕਰੇਗੀ ਕਿ ਸੁਰੱਖਿਆ ਦੇ ਵਿੱਚ ਕਿੱਥੇ ਕਮੀ ਰਹੀ, ਕਮੀ ਦਾ ਮੁੱਢਲਾ ਕਾਰਨ ਕੀ ਸੀ, ਸੁਰੱਖਿਆ ਨੂੰ ਹੋਰ ਪੁਖਤਾ ਕਿਵੇਂ ਬਣਾਇਆ ਜਾਵੇ, ਉਹਦੇ ਵਾਸਤੇ ਹੋਰ ਕਿਹੜੇ-ਕਿਹੜੇ ਹੱਲ, ਕਿਹੜੇ-ਕਿਹੜੇ ਉਪਾਅ ਕਰਨ ਦੀ ਜ਼ਰੂਰਤ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ 10 ਜਨਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਕਰ ਲਿਆ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸੁਰੱਖਿਆ ਦੇ ਵਿੱਚ ਕੁਤਾਹੀ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਘਾਟ ਦੀ ਜਾਂਚ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਕਰਵਾਵਾਂਗੇ, ਕਿਉਂਕਿ ਸੁਰੱਖਿਆ ਦੇ ਮਾਮਲੇ ਤੇ ਜਾਂਚ ਉਹਨਾਂ ਨੇ ਆਖਿਆ ਸੀ ਕਿ ਇੱਕ ਪਾਸੜ ਨਹੀਂ ਹੋ ਸਕਦੀ। ਜਾਂਚ ਤੇ ਨਜ਼ਰ ਰੱਖਣੀ ਨਿਆਇਕ ਮਾਹਿਰਾਂ ਦੀ ਜ਼ਰੂਰਤ ਹੈ, ਉਹਨਾਂ ਦੀ ਜ਼ਰੂਰਤ ਹੈ ਤੇ ਲੋੜ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ NV ਰਮਨਾ ਨੇ ਆਖਿਆ ਕਿ ਦੋਵੇਂ ਸਰਕਾਰਾਂ ਦੇ ਵਿਚਕਾਰ, ਭਾਵ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਕਾਰ ਜਿਹੜੀ ਸ਼ਬਦੀ ਜੰਗ ਹੈ, ਉਹ ਇਸ ਮਸਲੇ ਦਾ, ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਨਿਰਪੱਖ ਜਾਂਚ ਦੀ ਜ਼ਰੂਰਤ ਹੈ। ਇਸ ਵਾਸਤੇ ਉਹਨਾਂ ਨੇ 10 ਪੰਨਿਆਂ ਦਾ ਇੱਕ ਹੁਕਮ ਲਿਖਿਆ। ਦੋਵੇਂ ਸਰਕਾਰਾਂ ਵੱਲੋਂ ਨਿਰਪੱਖ ਜਾਂਚ ਦੀ ਇੱਛਾ ਵੀ ਪ੍ਰਗਟਾਈ ਗਈ ਸੀ ਅਤੇ ਜਾਂਚ ਕਮੇਟੀ ਦੀ ਚੇਅਰਪਰਸਨ ਸੁਪਰੀਮ ਕੋਰਟ ਦੀ ਜਿਹੜੀ ਸਾਬਕਾ ਜੱਜ ਲਾਏ ਗਏ ਨੇ। ਦੱਸਿਆ ਗਿਆ ਉਸ ਹੁਕਮ ਦੇ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਨੂੰ ਜਿੰਨੀ ਤਨਖਾਹ ਮਿਲਦੀ ਆ ਉਨੀ ਉਹਨਾਂ ਨੂੰ ਤਨਖਾਹ ਮਿਲੂ, ਪਰ ਪੈਨਸ਼ਨ ਸ਼ਾਮਲ ਨਹੀਂ ਹੋਏਗੀ। ਕਮੇਟੀ ਦੇ ਸਾਰੇ ਮੈਂਬਰਾਂ ਨੂੰ ਪੂਰੀ ਸਕੱਤਰੀਤ ਵੱਲੋਂ ਸਹਾਇਤਾ ਦਿੱਤੀ ਜਾਏਗੀ, ਸਰਕਾਰੀ ਗੱਡੀ ਵੀ ਮਿਲੂਗੀ ਅਤੇ ਹੋਰ ਸਰਕਾਰੀ ਸਹੂਲਤਾਂ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਹੁਣ ਬੈਂਚ ਨੇ ਕਮੇਟੀ ਦੇ ਮੈਂਬਰਾਂ ਦੇ ਵਿੱਚ ਕੌਮੀ ਜਾਂਚ ਏਜੰਸੀ ਭਾਵ NIA ਦੇ IG, ਚੰਡੀਗੜ੍ਹ ਦੇ DGP, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਅਤੇ ਪੰਜਾਬ ਦੇ ਵਧੀਕ DGP ਸੁਰੱਖਿਆ ਨੂੰ ਨਿਯੁਕਤ ਕਰ ਦਿੱਤਾ। ਇਹ 5 ਵਿਅਕਤੀ ਹੈ ਜਿਹੜੇ ਉਸ ਕੰਮ ਦੀ ਜਾਂਚ ਕਰਨਗੇ ਕਿ ਕਮੀ ਕਿੱਥੇ ਰਹਿ ਗਈ, ਜ਼ਿੰਮੇਵਾਰ ਕੌਣ। ਹੁਣ ਇਹਨਾਂ ਦੀ ਅਗਵਾਈ ਮੈਂ ਤੁਹਾਨੂੰ ਦੱਸ ਰਿਹਾ ਕਿ ਸੁਪਰੀਮ ਕੋਰਟ ਦੀ ਸਾਬਕਾ ਜੱਜ ਜਸਟਿਸ ਇੰਦੂ ਮਲਹੋਤਰਾ ਕਰਨਗੇ।
ਹੁਣ ਇੰਦੂ ਮਲਹੋਤਰਾ ਬਾਰੇ ਤੁਹਾਨੂੰ ਥੋੜੀ ਜਿਹੀ ਮੈਂ ਜਾਣਕਾਰੀ ਦੇ ਦਿਆਂ ਕਿ ਇੰਦੂ ਮਲਹੋਤਰਾ ਜੀ ਕੌਣ ਨੇ, ਜਿਨ੍ਹਾਂ ਨੇ ਇਸ ਸੁਰੱਖਿਆ ਦੀ ਕੁਤਾਹੀ ਦੇ ਵਿੱਚ ਜਾਂਚ ਕਰਨੀ ਹੈ। ਇੰਦੂ ਮਲਹੋਤਰਾ ਬੀਤੇ ਵਰੇ ਮਾਰਚ ਮਹੀਨੇ ਦੇ ਵਿੱਚ ਸੇਵਾ ਮੁਕਤ ਹੋਈ ਸੀ। ਉਹ ਵਕੀਲ ਤੋਂ ਸਿੱਧੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਲੀ ਪਹਿਲੀ ਮਹਿਲਾ ਵਕੀਲ ਸੀ। ਸਾਲ 2018 ਚ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ ਸੀ। ਇਹਦੇ ਨਾਲ ਹੀ ਉਹ ਸੁਪਰੀਮ ਕੋਰਟ 'ਚ ਜੱਜ ਬਣਨ ਵਾਲੀ ਪਹਿਲੀ ਮਹਿਲਾ ਵਕੀਲ ਬਣੇ ਸਨ। ਉਹ ਲਗਭਗ 3 ਸਾਲ ਸੇਵਾ ਕਰਨ ਤੋਂ ਬਾਅਦ 21 ਮਾਰਚ ਤੇ 2021 ਨੂੰ ਸੇਵਾ ਮੁਕਤ ਹੋਏ ਸੀ। ਬੈਂਗਲੁਰੂ ਨਾਲ ਤੁਲਕ ਰੱਖਦੇ ਨੇ। ਇੰਦੂ ਮਲਹੋਤਰਾ ਦਾ ਜਨਮ 14 ਮਾਰਚ 1956 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਜੀ ਸੁਪਰੀਮ ਕੋਰਟ ਦੇ ਵਕੀਲ ਹੋਇਆ ਕਰਦੇ ਸੀ। ਸ਼ੁਰੂ ਦੇ 39 ਸਾਲਾਂ 'ਚ ਸੁਪਰੀਮ ਕੋਰਟ ਦੇ ਵਿੱਚ ਕੋਈ ਮਹਿਲਾ ਜੱਜ ਨਹੀਂ ਰਹੀ। ਇੰਦੂ ਮਲਹੋਤਰਾ ਨੂੰ 2007 'ਚ ਸੀਨੀਅਰ ਵਕੀਲ ਬਣਾਇਆ ਗਿਆ। ਉਹ ਭਾਰਤ ਦੀ ਪਹਿਲੀ ਅਜਿਹੀ ਮਹਿਲਾ ਵਕੀਲ ਬਣੀ ਸੀ ਜਿਹੜੀ ਸਿੱਧੀ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿੱਚ ਨਿਯੁਕਤ ਹੋਈ ਹੋਵੇ। ਉਹ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜ ਦੀ ਨਿਯੁਕਤੀ ਕੀਤੀ ਜਾਣ ਵਾਲੀ 6ਵੀਂ ਮਹਿਲਾ ਸੀ। ਸਾਲ 1999 ਦੇ ਵਿੱਚ ਫਾਤਮਾ ਬੀਬੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੇ ਸਨ। ਉਹਨਾਂ ਤੋਂ ਬਾਅਦ ਜਸਟਿਸ ਸੁਜਾਤਾ ਮਨੋਹਰ, ਜਸਟਿਸ ਰੁਮਾਪਾਲ, ਜਸਟਿਸ ਗਿਆਨ ਸੁਧਾ ਮਿਸ਼ਰਾ ਅਤੇ ਜਸਟਿਸ ਰੰਜਨਾ ਦੇਸਾਈ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਨੇ ਇੰਦੂ ਮਲਹੋਤਰਾ ਜੀ, ਜਿਨ੍ਹਾਂ ਨੂੰ ਉਸ ਕਮੇਟੀ ਦੀ ਚੇਅਰਪਰਸਨ ਲਾਇਆ, ਜਿਨ੍ਹਾਂ ਨੇ ਜਾਂਚ ਕਰਨੀ ਹੈ ਕਿ ਕਸੂਰਵਾਰ ਕੌਣ, ਸੁਰੱਖਿਆ 'ਚ ਸੰਨ ਕਿਵੇਂ ਲੱਗੀ। ਪਰ ਉਮੀਦ ਕਰਦੇ ਹਾਂ ਕਿ ਸਾਰੇ ਜ਼ਿੰਮੇਵਾਰ ਵਿਅਕਤੀ ਹੈ। ਜਿਹੜੇ ਕੁਝ ਵੀਡੀਓ ਬੀਤੇ ਦਿਨਾਂ ਦੇ ਵਿੱਚ ਸਾਹਮਣੇ ਆਏ ਆ, ਉਹਨਾਂ ਪੱਖਾਂ ਨੂੰ ਵੀ ਧਿਆਨ ਵਿੱਚ ਰੱਖਣਗੇ ਅਤੇ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਿਆ ਜਾਏਗਾ ਕਿ ਕੀ ਸੱਚਮੁੱਚ ਪ੍ਰਧਾਨ ਮੰਤਰੀ ਮੋਦੀ ਜੀ ਉਸ ਰੈਲੀ ਨੂੰ ਸੰਬੋਧਨ ਕਰਨਾ ਚਾਹੁੰਦੇ ਸਨ ਜਾਂ ਜਾਣਬੁੱਝ ਕੇ ਇਹ ਇੱਕ ਬਹਾਨਾ ਬਣਾ ਲਿਆ ਗਿਆ। ਇਸ ਗੱਲ ਨੂੰ ਧਿਆਨ ਵਿੱਚ ਰੱਖਣਗੇ ਕਿ ਬਹਿਰਾਈਚ ਦੇ ਵਿੱਚ, ਰੁਦਰਪੁਰ ਦੇ ਵਿੱਚ ਜੇਕਰ ਰੈਲੀਆਂ ਨੂੰ ਸੰਬੋਧਨ ਫੋਨ ਦੇ ਰਾਹੀਂ ਕੀਤਾ ਜਾ ਸਕਦਾ ਸੀ ਤਾਂ ਇੱਥੇ ਕਿਉਂ ਨਾ ਕੀਤਾ ਗਿਆ। ਪਰ ਮੈਂ ਉਮੀਦ ਰੱਖਦਾ ਕਿ ਜਾਂਚ ਤਾਂ ਹੋਏਗੀ ਨਿਰਪੱਖ, ਪਰ ਸ਼ਾਇਦ ਆਹ ਜਿਹੜੇ ਪਹਿਲੂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੂੰ ਨਾ ਵਿਚਾਰਿਆ ਜਾਵੇ, ਕਿਉਂਕਿ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਾਂਚ ਕਰਨਾ ਹੈ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹ ਰੈਲੀ 'ਚ ਜਾਣਾ ਚਾਹੁੰਦੇ ਸੀ ਜਾਂ ਨਹੀਂ ਜਾਣਾ ਚਾਹੁੰਦੇ ਸੀ। ਉਹਨਾਂ ਨੇ ਸਿਰਫ ਇਹ ਦੇਖਣਾ ਕਿ ਸੁਰੱਖਿਆ 'ਚ ਕਮੀ ਕਿੱਥੇ ਰਹੀ ਤੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਹੁਣ ਭਾਰਤੀ ਜਨਤਾ ਪਾਰਟੀ 5 ਸੂਬਿਆਂ 'ਚ ਚੋਣ ਲੜ ਰਹੀ ਹੈ। 5 ਦੇ ਵਿੱਚ ਸਭ ਤੋਂ ਅਹਿਮ ਇਸ ਵਕਤ ਯੂਪੀ ਹੈ, ਪਰ ਕਿਸੇ ਗੱਲੋਂ, ਕਿਸੇ ਪੱਖੋਂ ਘਟਾ ਕੇ ਪੰਜਾਬ ਨੂੰ ਵੀ ਨਹੀਂ ਦੇਖਿਆ ਜਾ ਸਕਦਾ। ਹੁਣ ਦੋਵਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਤੋਂ ਵੱਡੀ ਹਲਚਲ ਹੈ। ਹੁਣ ਯੂਪੀ ਦੇ ਵਿੱਚ 2 ਦਿਨਾਂ ਦੇ ਵਿੱਚ 2 ਕਰਾਰੇ ਝਟਕੇ ਲਗਾਤਾਰ ਮਿਲੇ ਆ। ਪਹਿਲਾਂ ਕਿਰਤ ਮੰਤਰੀ ਸਵਾਮੀ ਪ੍ਰਸਾਦ ਮੌਰੀਆ, ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚੋਂ ਅਸਤੀਫਾ ਦਿੱਤਾ। 3 ਹੋਰ ਭਾਜਪਾ ਵਿਧਾਇਕ ਉਹ ਆਪਣੇ ਨਾਲ ਲੈ ਗਏ ਸੀ। ਚਰਚਾ ਉਦੋਂ ਚੱਲ ਰਹੀ ਸੀ ਜਿਸ ਵਕਤ ਉਹਨਾਂ ਦੇ ਅਸਤੀਫੇ ਆਏ ਕਿ ਸੱਤਾਧਾਰੀ ਧਿਰ ਦਾ ਇੱਕ ਹੋਰ ਵੱਡਾ ਲੀਡਰ, ਭਾਰਤੀ ਜਨਤਾ ਪਾਰਟੀ ਯੋਗੀ ਆਦਿੱਤਿਆਨਾਥ ਦੀ ਮੰਤਰੀ ਮੰਡਲ ਵਿੱਚ ਬੈਠਾ ਇੱਕ ਹੋਰ ਮੰਤਰੀ ਭਾਰਤੀ ਜਨਤਾ ਪਾਰਟੀ ਨੂੰ ਬਾਏ ਬਾਏ ਕਰਨ ਦੇ ਮੂਡ 'ਚ ਹੈ। ਤੇ ਉਹ ਖਬਰ ਸੱਚ ਨਿਕਲੀ। ਦਾਰਾ ਸਿੰਘ ਚੌਹਾਨ ਜੋ ਕਿ OBC ਆਗੂ ਨੇ, ਉਹਨਾਂ ਨੇ ਵੀ ਯੋਗੀ ਆਦਿੱਤਿਆਨਾਥ ਦੀ ਵਜ਼ਾਰਤ ਦੇ ਵਿੱਚੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਤੇ ਸਮਾਜਵਾਦੀ ਪਾਰਟੀ 'ਚ ਉਹਨਾਂ ਦੇ ਵੀ ਜਾਣ ਦੇ ਚਰਚੇ ਹੈ। ਦੱਸਣਾ ਬਣਦਾ ਕਿ ਸਵਾਮੀ ਮੌਰੀਆ ਵਾਂਗੀ ਅਸਤੀਫੇ ਦੀ ਵਜ੍ਹਾ ਦਾਰਾ ਸਿੰਘ ਚੌਹਾਨ ਨੇ ਵੀ ਜਿਹੜੀ ਦੱਸੀ ਹੈ, ਉਹ ਯੋਗੀ ਸਰਕਾਰ ਵਾਸਤੇ, ਭਾਰਤੀ ਜਨਤਾ ਪਾਰਟੀ ਦੇ ਵਾਸਤੇ ਯੂਪੀ 'ਚ ਮੁਸੀਬਤ ਬਣੂਗੀ। ਦਾਰਾ ਸਿੰਘ ਚੌਹਾਨ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਕਿ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਦਿਲੋਂ, ਤਨਦੇਹੀ ਨਾਲ ਨਿਭਾਉਂਦਾ ਰਿਹਾ, ਪਰ ਸਰਕਾਰ ਕੀ ਕਰਦੀ ਰਹੀ? ਕਿਸਾਨਾਂ ਨਾਲ, ਪਛੜੇ ਵਰਗਾਂ ਨਾਲ, ਦਲਿਤ ਭਾਈਚਾਰੇ ਨਾਲ, ਬੇਰੁਜ਼ਗਾਰਾਂ ਪ੍ਰਤੀ, ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਪ੍ਰਤੀ ਕੋਈ ਧਿਆਨ ਨਹੀਂ ਸੀ ਦੇ ਰਹੀ। ਇਹਦੇ ਬਾਵਜੂਦ ਕਿ ਅਸੀਂ ਵਾਰ-ਵਾਰ ਕਹਿੰਦੇ ਰਹੇ, ਤਕਰੀਬਨ ਆਹੀ ਗੱਲਾਂ ਬੀਤੇ ਦਿਨੀ ਸਵਾਮੀ ਮੌਰੀਆ ਹੋਰਾਂ ਨੇ ਵੀ ਆਖੀਆਂ ਸੀ। ਉਹ ਕਹਿੰਦੇ ਪਛੜੇ ਵਰਗਾਂ ਤੇ ਦਲਿਤਾਂ ਦੇ ਨਾਲ ਖਿਲਵਾੜ ਕਰ ਰਹੀ ਸੀ ਸਰਕਾਰ, ਜਿਸ ਦੇ ਕਰਕੇ ਮੈਂ ਮੰਤਰੀ ਮੰਡਲ ਦੇ ਵਿੱਚੋਂ ਅਸਤੀਫਾ ਦੇ ਰਿਹਾ। ਇਹਨਾਂ ਨੂੰ ਸਭ ਕੁਝ ਨੂੰ ਅਣਦੇਖਿਆ ਕੀਤਾ ਜਾ ਰਿਹਾ ਸੀ। ਪਰ ਹੁਣ ਇੱਥੇ ਸਵਾਲ ਹੈ, ਟਿੱਪਣੀ ਹੈ ਕਿ ਹੁਣ ਜਦੋਂ ਚੋਣ ਦਾ ਐਲਾਨ ਹੋ ਚੁੱਕਿਆ ਹੈ, ਕਿ ਤੁਹਾਨੂੰ ਉਦੋਂ ਹੀ ਪਤਾ ਲੱਗਿਆ ਕਿ ਸਰਕਾਰ ਸੁਣਦੀ ਨਹੀਂ, ਜਾਂ 5 ਸਾਲ ਮਲਾਈ ਖਾਂਦੇ ਰਹੇ ਤੇ ਹੁਣ ਮੌਕਾ ਆ ਗਿਆ, ਲੱਗਦਾ ਹੈ ਕਿ ਸ਼ਾਇਦ ਭਾਜਪਾ ਨੂੰ ਜਿੱਤਣਾ ਇਹਨਾਂ ਥਾਵਾਂ ਤੋਂ ਔਖਾ ਹੋਊਗਾ, ਜਾਂ ਸਾਡੀ ਮੁਖਾਲਫਤ ਹੋਏਗੀ, ਜਾਂ ਤੁਸੀਂ ਫਿਰ ਛੜਪੇ ਮਾਰ ਰਹੇ ਹੋ, ਭਾਵੇਂ ਕੁਝ ਵੀ ਹੈ, ਪਰ ਭਾਰਤੀ ਜਨਤਾ ਪਾਰਟੀ ਨੂੰ ਕਰਾਰੇ ਝਟਕੇ ਲੱਗ ਰਹੇ ਨੇ। ਮੈਂ ਦੱਸ ਰਿਹਾ ਸੀ ਕਿ ਸਵਾਮੀ ਮੌਰੀਆ ਨੇ ਵੀ ਆਪਣੇ ਅਸਤੀਫੇ 'ਚ ਹੀ ਲਿਖਿਆ ਸੀ। ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਦਾਰਾ ਸਿੰਘ ਚੌਹਾਨ ਨੇ
ਸਾਲ 2017 ਦੇ ਵਿੱਚ ਮਧੂਬਨ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਉਹ ਓਬੀਸੀ ਨੇ, ਉਹਨਾਂ ਦੇ ਵੱਡੇ ਆਗੂ ਸੀ, ਵੱਡੇ ਕੱਦ ਦੇ ਆਗੂ ਸੀ। ਹੁਣ ਮਧੂਬਨ ਵਿਧਾਨ ਸਭਾ ਸੀਟ ਤੋਂ ਜੇਕਰ ਨਜ਼ਰ ਮਾਰੀਏ ਤਾਂ ਉੱਥੇ 70,000 ਦਲਿਤ ਵੋਟਰ ਹੈ, 60,000 ਜਾਦਵ ਵੋਟਰ ਹੈ, 22,000 ਮੁਸਲਿਮ ਵੋਟਰ ਹੈ, 25,000 ਚੌਹਾਨ ਵੋਟਰ ਨੇ ਅਤੇ 40,000 ਬ੍ਰਾਹਮਣ, ਰਾਜਪੂਤ, ਬਾਣੀਏ, ਇਹ ਤੇ ਕੁਝ ਹੋਰ ਵੋਟਰ ਨੇ ਉੱਥੇ। ਭਾਵ ਇੱਥੇ ਦਲਿਤ ਭਾਈਚਾਰਾ, ਓਬੀਸੀ ਭਾਈਚਾਰਾ, ਜਾਟ ਭਾਈਚਾਰਾ, ਜਾਦਵ ਭਾਈਚਾਰਾ, ਚੌਹਾਨ ਭਾਈਚਾਰਾ ਵੱਡੀ ਗਿਣਤੀ 'ਚ ਹੈ, ਜਿਹਦੇ ਕਰਕੇ ਇਸ ਹਲਕੇ ਦੀ ਜਿਹੜੀ ਸਥਿਤੀ ਆ ਉਹ ਕਾਫੀ ਦਿਲਚਸਪ ਬਣ ਸਕਦੀ ਹੈ। ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ ਹੈ ਜਿਹੜੀ 3,93,000 ਅਤੇ 299 ਹੈ। ਹੁਣ ਮਧੂਬਨ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਦਲਿਤ ਵੋਟਰ ਤੇ ਦੂਸਰੇ ਨੰਬਰ ਤੇ ਯਾਦਵ ਆਉਂਦੇ ਨੇ। ਹੁਣ ਦੇਖੋ ਕਿ ਸਮੀਕਰਨ ਵਿਗੜਨੇ ਨੇ। ਉਹਨਾਂ ਨੇ ਉਸ ਹਲਕੇ ਤੋਂ ਜਿਹੜਾ ਅਸਤੀਫਾ ਦਿੱਤਾ, ਜਿਹੜੇ ਇਲਜ਼ਾਮ ਲਾਏ ਨੇ, ਦੋਸ਼ ਲਾਏ ਨੇ, ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਨੇ। ਪਰ ਵਜ਼ਾਰਤ ਦੇ ਵਿੱਚੋਂ ਜਿਹੜੇ ਅਸਤੀਫਾ ਦੇ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਲਗਾਤਾਰ ਵਧ ਰਹੀਆਂ ਨੇ। ਸਵਾਮੀ ਪ੍ਰਸਾਦ ਮੌਰੀਆ, ਜਿਨ੍ਹਾਂ ਨੇ ਹਜੇ 2 ਦਿਨ ਪਹਿਲਾਂ ਅਸਤੀਫਾ ਦਿੱਤਾ ਹੈ, ਜਿੰਨੀ ਦੇਰ ਤੱਕ ਮੰਤਰੀ ਮੰਡਲ ਵਿੱਚ ਸੀ, ਭਾਜਪਾ ਦੇ ਵਿੱਚ ਸੀ, ਕੋਈ ਗ੍ਰਿਫਤਾਰੀ ਦਾ ਵਾਰੰਟ ਜਾਰੀ ਨਹੀਂ। ਉਧਰੋਂ ਅਸਤੀਫਾ ਤੇ ਉਧਰੋਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ। ਇਹ ਜਿਹੜਾ ਕੇਸ ਹੈ ਮੈਂ ਤੁਹਾਨੂੰ ਦੱਸਦਿਆਂ ਪੁਰਾਣਾ ਹੈ। ਦੱਸਣਾ ਬਣਦਾ ਹੈ ਕਿ 2007 ਤੇ 2012 ਦੇ ਵਿੱਚ ਮਧੂਬਨ ਸੀਟ ਤੇ ਬਸਪਾ ਦਾ ਕਬਜ਼ਾ ਸੀ। ਦੋਵੇਂ ਵਾਰ ਉੱਥੋਂ ਬਹੁਜਨ ਸਮਾਜ ਪਾਰਟੀ ਦੇ ਉਮੇਸ਼ ਚੰਦ ਪਾਂਡੇ ਵਿਧਾਇਕ ਚੁਣੇ ਗਏ ਸੀ ਅਤੇ ਪਹਿਲੀ ਵਾਰ ਸੀ ਜਦੋਂ ਭਾਜਪਾ ਨੂੰ ਇੱਥੋਂ ਜਿੱਤ ਨਸੀਬ ਹੋਈ ਸੀ। ਭਾਜਪਾ ਦੇ ਦਾਰਾ ਸਿੰਘ ਚੌਹਾਨ ਨੇ ਇਹ ਸੀਟ ਤਕਰੀਬਨ 29,000 ਤੋਂ ਵੱਧ ਵੋਟਾਂ ਲੈ ਕੇ ਜਿੱਤੀ ਸੀ। ਹੁਣ ਤੁਸੀਂ ਦੇਖੋ ਕਿ ਜਿਹੜੇ ਬੰਦੇ ਅਸਤੀਫੇ ਦੇ ਰਹੇ ਨੇ, ਆ ਬੀਤੇ ਦਿਨੀ ਸਵਾਮੀ ਮੌਰੀਆ ਹੋਰਾਂ ਨੇ ਅਸਤੀਫਾ ਦਿੱਤਾ ਤੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਜਿੰਨੀ ਦੇਰ ਤੱਕ ਭਾਜਪਾ 'ਚ ਰਹੇ ਸਭ ਕੁਝ ਠੀਕ ਠਾਕ, ਮਲਾਈਦਾਰ ਅਹੁਦੇ ਤੇ ਸੀ, ਮੰਤਰੀ ਮੰਡਲ ਦੇ ਵਿੱਚ ਸੀ, ਹਾਂ ਚਾਹਾਂ ਮਿਲਾਉਂਦੇ ਸੀ, ਸਭ ਕੁਝ ਠੀਕ ਠਾਕ ਸੀ। ਉਧਰੋਂ ਅਸਤੀਫਾ ਤੇ ਦੂਸਰੇ ਪਾਸੇ ਮੁਸ਼ਕਲਾਂ 'ਚ ਵਾਧਾ। ਗੈਰ ਜ਼ਮਾਨਤੀ ਵਾਰੰਟ ਉਹਨਾਂ ਦੇ ਇਸ ਵਕਤ ਜਾਰੀ ਹੋ ਚੁੱਕੇ ਨੇ, ਅਦਾਲਤ ਵਿੱਚ ਪੇਸ਼ ਨਹੀਂ ਹੋਏ ਕੱਲ। ਹੁਣ ਇਸ ਕਰਕੇ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸੁਲਤਾਨਪੁਰ ਦੇ ਵਿੱਚ ਸਿਵਲ ਕੋਰਟ ਦੇ ਵਕੀਲ ਅਨਿਲ ਕੁਮਾਰ ਤਿਵਾੜੀ ਨੇ ਸ਼ਿਕਾਇਤ ਦਰਜ ਕਰਕੇ ਦੋਸ਼ ਲਗਾਇਆ ਸੀ ਕਿ ਇੱਕ ਅਖਬਾਰ ਦੇ ਵਿੱਚ ਛਪਿਆ ਕਿ ਸਵਾਮੀ ਪ੍ਰਸਾਦ ਮੌਰੀਆ ਨੇ ਆਖਿਆ ਕਿ ਵਿਆਹ ਵਕਤ ਦੇਵੀ ਦੇਵਤਿਆਂ ਦੀ ਪੂਜਾ ਨਾ ਕਰੋ। ਇਹ ਕਹਿੰਦੇ ਜਿਹੜਾ ਉਹਨਾਂ ਦਾ ਬਿਆਨ ਸੀ, ਇਹਦੇ ਨਾਲ ਹਿੰਦੂ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਜਾਂ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮਸਲੇ ਦੇ ਉੱਤੇ ਸਰਵਣ ਕੁਮਾਰ ਤੇ ਤੇਜ ਬਹਾਦਰ ਸਿੰਘ ਦੀ ਅਦਾਲਤ ਦੇ ਵਿੱਚ ਬਿਆਨਬਾਜ਼ੀ ਹੋਈ, ਬਿਆਨ ਦਰਜ ਕਰਵਾਏ ਗਏ। 22 ਨਵੰਬਰ ਤੇ 2014 ਨੂੰ ਮੈਜਿਸਟ੍ਰੇਟ ਨੇ ਮੌਰੀਆ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਤਹਿਤ ਤਲਬ ਕੀਤਾ ਸੀ, ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਸੀ। ਉਹਨਾਂ ਦੇ ਆਦੇਸ਼ ਦੇ ਖਿਲਾਫ ਸੈਸ਼ਨ ਅਦਾਲਤ ਦੇ ਵਿੱਚ ਰਿਵੀਜ਼ਨ ਦਾਇਰ ਕਰ ਦਿੱਤੀ ਗਈ ਸੀ, ਜਿਹੜੀ 9 ਨਵੰਬਰ ਤੇ 2015 ਨੂੰ ਰੱਦ ਹੋ ਚੁੱਕੀ ਹੈ। ਮੈਜਿਸਟ੍ਰੇਟ ਕੋਰਟ ਤੋਂ ਗ੍ਰਿਫਤਾਰੀ ਦਾ ਵਾਰੰਟ ਜਾਰੀ ਹੋਇਆ ਤਾਂ ਉਹਦੇ ਖਿਲਾਫ ਸਵਾਮੀ ਪ੍ਰਸਾਦ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਉਹਦੇ ਵਿੱਚ 12 ਜਨਵਰੀ 2016 ਨੂੰ ਰੋਕ ਦਾ ਆਦੇਸ਼ ਜਾਰੀ ਕਰਵਾ ਦਿੱਤਾ ਗਿਆ ਸੀ। ਹੁਣ ਬੀਤੇ ਦਿਨੀ ਸੁਪਰੀਮ ਕੋਰਟ ਨੇ ਸੰਸਦ ਮੈਂਬਰ ਨੇ ਭਾਵੇਂ ਵਿਧਾਇਕ ਨੇ, ਉਹਨਾਂ ਦੇ ਮੁਕੱਦਮੇ ਦੇ ਵਿੱਚ ਜਿਨ੍ਹਾਂ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਰੋਕ ਲੱਗੀ ਸੀ, ਸਾਰੇ ਆਦੇਸ਼ਾਂ ਤੇ ਰੋਕ ਲਾ ਦਿੱਤੀ ਹੈ ਕਿ ਨਾ ਜਿਨ੍ਹਾਂ ਤੇ ਰੋਕ ਸੀ ਚੁੱਕ ਦਿਓ। ਨਾਲ ਇਹ ਵੀ ਆਦੇਸ਼ ਦਿੱਤਾ ਕਿ ਮੈਜਿਸਟ੍ਰੇਟ ਟ੍ਰਾਇਲ ਵਾਲੇ ਮੁਕੱਦਮੇ ਲੋਅਰ ਕੋਰਟ ਵਿੱਚ ਦੇਖੇ ਜਾਣ। ਤੇ ਹੁਣ ਪਤਾ ਲੱਗਿਆ ਕਿ ਦੁਬਾਰਾ ਸੁਣਵਾਈ ਹੋਈ 12 ਜਨਵਰੀ ਨੂੰ। ਉਹਨਾਂ ਨੂੰ ਹਾਜ਼ਰ ਹੋਣ ਵਾਸਤੇ ਆਖਿਆ ਗਿਆ ਸੀ, ਉਹ ਹਾਜ਼ਰ ਨਹੀਂ ਹੋਏ ਤੇ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਤੇ ਤੈਅ ਤਰੀਕ ਤੇ ਸਵਾਮੀ ਪ੍ਰਸਾਦ ਅਦਾਲਤ ਵਿੱਚ ਜਦੋਂ ਹਾਜ਼ਰ ਨਹੀਂ ਹੋਇਆ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ 24 ਜਨਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਹੁਣ ਤੁਸੀਂ ਦੇਖੋ ਕਿ ਅਦਾਲਤਾਂ ਕੰਮ ਕਿਵੇਂ ਕਰਦੀਆਂ ਨੇ। ਮੰਤਰੀ ਮੰਡਲ ਵਿੱਚ ਆਦੇਸ਼ਾਂ ਤੇ ਵੀ ਰੋਕ, ਗ੍ਰਿਫਤਾਰੀ ਤੇ ਵੀ ਰੋਕ, ਕੋਈ ਗੱਲ ਕਹਾਣੀ ਉਹ ਹੈ ਨਹੀਂ ਗੀ। ਪਰ ਇਧਰੋਂ ਮੰਤਰੀ ਮੰਡਲ ਚੋਂ ਅਸਤੀਫਾ ਤੇ ਇਧਰਲੇ ਪਾਸੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ। ਇਸੇ ਤਰੀਕੇ ਨਾਲ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀਆਂ ਧਰਾਵਾਂ ਬਿਕਰਮ ਸਿੰਘ ਮਜੀਠੀਆ ਤੇ ਲੱਗੀਆਂ ਸੀ, ਜੇਕਰ ਆਮ ਬੰਦੇ ਤੇ ਲੱਗੀਆਂ ਹੋਣ, ਪਹਿਲੀ ਗੱਲ ਲੋਅਰ ਕੋਰਟ ਦੇ ਵਿੱਚੋਂ ਜ਼ਮਾਨਤ ਅਰਜ਼ੀ ਉਹਨਾਂ ਦੀ ਕਹਿੰਦੇ ਨੇ ਨਾ ਖਾਰਜਾ ਪਾਈ ਨੂੰ ਫੜੋ। ਦੂਸਰੀ ਗੱਲ 20-22 ਦਿਨ ਜੇਕਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਵੀ ਦਿੱਤੇ ਜਾਵੇ ਤਾਂ 20-22 ਦਿਨ ਕੋਈ ਪੁਲਿਸ ਉਡੀਕ ਨਹੀਂ ਕਰਦੀ ਕਿ ਬੰਦਾ ਲੁਕਿਆ ਹੋਇਆ। ਜੇ ਉਡੀਕ ਹੋ ਵੀ ਜਾਵੇ ਤਾਂ ਹਾਈ ਕੋਰਟ ਦੇ ਵਿੱਚੋਂ ਇਹਨਾਂ ਧਰਾਵਾਂ ਦੇ ਅਧੀਨ ਆਮ ਬੰਦੇ ਨੂੰ ਜ਼ਮਾਨਤ ਨਹੀਂ ਮਿਲਦੀ।
ਆ ਤੁਸੀਂ ਦੇਖੋ ਕਿ ਵੈਸੇ ਕਹਿੰਦੇ ਨੇ ਕਿ ਅਦਾਲਤ ਦੇ ਉੱਤੇ ਤੁਸੀਂ ਟੀਕਾ ਟਿੱਪਣੀ ਨਾ ਕਰੋ, ਪਰ ਕਾਰਜਸ਼ੈਲੀ ਤੇ ਕਿਤੇ ਨਾ ਕਿਤੇ ਸਵਾਲ ਉੱਠ ਰਹੇ ਨੇ। ਤੇ ਹੁਣ ਭਾਰਤੀ ਜਨਤਾ ਪਾਰਟੀ ਨੂੰ, ਭਾਜਪਾ ਨੂੰ ਯੂਪੀ 'ਚ ਤਾਂ ਲੱਗ ਰਹੇ ਨੇ ਝਟਕੇ, ਪਰ ਪੰਜਾਬ ਦੇ ਵਿੱਚ ਉਹਨਾਂ ਦੀਆਂ ਪੌਵਾਰਾਂ ਨੇ, ਦੋਵੇਂ ਹੱਥੀ ਲੱਗਦਾ ਕਿ ਲੱਡੂ ਨੇ। ਪਰ ਨਤੀਜੇ ਦੱਸੋ ਕੀ ਹੋਣਗੇ, ਇਹਦੇ ਬਾਬਤ ਕੋਈ ਨਹੀਂ ਕਹਿ ਸਕਦਾ। ਬੀਤੇ ਸਾਲ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਦੇ ਆ, ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਆ। ਉਹਨਾਂ ਤੋਂ ਬਾਅਦ ਭਾਜਪਾ ਦੇ ਵਿੱਚ ਇੱਕ ਇੱਕ ਕਰਕੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਕਾਂਗਰਸ ਹੈ, ਤੇ ਕੀ ਹੋਰ ਪਾਰਟੀਆਂ ਦੇ ਵੱਡੇ ਵੱਡੇ ਆਗੂ ਵੀ ਕਮਲ ਦਾ ਫੁੱਲ ਫੜਦੇ ਜਾ ਰਹੇ ਨੇ, ਸ਼ਾਮਲ ਹੁੰਦੇ ਜਾ ਰਹੇ ਨੇ। ਕੱਲ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਭਾਜਪਾ ਨੇ ਕਰਾਰਾ ਝਟਕਾ ਦੇ ਦਿੱਤਾ, ਜਦੋਂ ਸਾਬਕਾ ਵਿਧਾਇਕ ਸਮੇਤ 5 ਵੱਡੇ ਅਹੁਦੇਦਾਰ ਭਾਜਪਾ 'ਚ ਸ਼ਾਮਲ ਹੋ ਗਏ, ਜਿਨ੍ਹਾਂ ਦੇ ਵਿੱਚ ਸ਼ਤਰਾਣਾ ਤੋਂ ਸਾਬਕਾ ਵਿਧਾਇਕ ਸਤਵੰਤ ਸਿੰਘ ਮੋਹੀ, ਉਹ ਵੀ ਭਾਜਪਾ ਸ਼ਾਮਲ ਹੋ ਗਿਆ। ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਅਤੇ ਸੋਮ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਦੀਦਾਰ ਸਿੰਘ ਭੱਟੀ ਵੀ ਸ਼ਾਮਲ ਹੋ ਗਏ। ਦਮਦਮੀ ਟਕਸਾਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋਫੈਸਰ ਸਚਾਨ ਸਿੰਘ ਵੀ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਸ ਵਿੰਗ ਦੇ ਪ੍ਰਧਾਨ ਤੇ ਹਲਕਾ ਬਲਾਚੌਰ ਦੇ ਆਗੂ ਰਾਜਪਾਲ ਚੌਹਾਨ ਉਹ ਵੀ ਸ਼ਾਮਲ ਹੋ ਗਏ। ਸੋਈ ਦੇ ਜ਼ੋਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਲਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਭੱਟੀ, ਉਹ ਵੀ ਭਾਜਪਾ ਚਲੇ ਗਏ। ਤੁਸੀਂ ਦੇਖੋ ਕਿ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਕੋਈ ਜਾ ਰਿਹਾ ਹੈ। ਪਹਿਲਾਂ ਕਾਂਗਰਸ ਦੇ ਕੋਈ ਵੱਡੇ ਆਗੂ ਵੀ ਜਾ ਚੁੱਕੇ ਨੇ। ਆ ਦਮਦਮੀ ਟਕਸਾਲ ਦੇ ਜਿਹੜੇ ਬੁਲਾਰੇ ਪ੍ਰੋਫੈਸਰ ਸਰਚਾਨ ਸਿੰਘ ਦੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਗਰਮ ਖਿਆਲੀ ਜਿਹੜੀਆਂ ਸਫਾ ਨੇ ਬਹੁਤ ਹੈਰਾਨ ਨੇ ਕਿ ਉਹ ਕਿਵੇਂ ਚਲੇ ਗਏ। ਤੇ ਨਾਲ ਹੀ ਗਜਿੰਦਰ ਸਿੰਘ ਸ਼ੇਖਾਵਤ ਹੋਰਾਂ ਨੇ ਉਸ ਮੌਕੇ 'ਤੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਉਹਨਾਂ ਨੂੰ ਪੁੱਛ ਲਿਆ ਗਿਆ ਕਿ ਇਹ ਦੱਸੋ ਭਾਈ, ਤੁਹਾਡਾ ਸੀਐਮ ਦਾ ਚਿਹਰਾ ਕੌਣ ਹੋ? ਕਿਉਂਕਿ ਪੰਜਾਬ ਦੇ ਵਿੱਚ ਆਮ ਲੋਕ ਵੀ ਮੁੱਦੇ ਦੀ ਗੱਲ ਭਾਵੇਂ ਕਰਨ ਜਾਂ ਨਾ ਕਰਨ, ਆਮ ਆਦਮੀ ਪਾਰਟੀ ਵੀ ਰੋਜ਼ ਇਹੋ ਹੀ ਸਵਾਲ ਕਿ ਤੁਹਾਡਾ ਸੀਐਮ ਕੌਣ ਹੋਊ, ਕਾਂਗਰਸ ਨੂੰ ਵੀ ਇਹੀ ਸਵਾਲ ਤੁਹਾਡਾ ਸੀਐਮ ਕੌਣ ਹੋਊ, ਆ ਗੱਠਜੋੜ ਭਾਜਪਾ ਕੈਪਟਨ ਤੇ ਢੀਂਡਸਾ ਦਾ ਤੁਹਾਡਾ ਸੀਐਮ ਕੌਣ ਹੋਊ। ਇਸ ਮਸਲੇ ਦੇ ਉੱਤੇ ਗਜਿੰਦਰ ਸਿੰਘ ਸ਼ੇਖਾਵਤ ਬੋਲੇ। ਉਹ ਕਹਿੰਦੇ ਮੁੱਖ ਮੰਤਰੀ ਦਾ ਐਲਾਨ ਕਰਕੇ ਚੋਣਾਂ ਨਹੀਂ ਲੜੀਆਂ ਜਾਣਗੀਆਂ। ਉਹ ਕਹਿੰਦੇ ਯੂਪੀ ਦੇ ਵਿੱਚ ਵੀ ਜਦੋਂ 25 ਵਰਿਆਂ ਤੋਂ ਬਾਅਦ ਭਾਜਪਾ ਸੱਤਾ ਵਿੱਚ ਆਈ ਤਾਂ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਯੋਗੀ ਆਦਿੱਤਿਆਨਾਥ ਯੂਪੀ ਦੇ ਮੁੱਖ ਮੰਤਰੀ ਹੋਣਗੇ। ਇਸੇ ਤਰ੍ਹਾਂ ਅਸਾਮ ਦੀ ਉਦਾਹਰਨ ਵੀ ਦਿੱਤੀ। ਕਹਿੰਦੇ ਉੱਥੇ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਅਸੀਂ ਚੋਣਾਂ ਲੜੀਆਂ, ਪਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਅਸੀਂ ਉੱਥੇ ਵੀ ਨਹੀਂ ਸੀ ਕੀਤਾ। ਤੇ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਉਸੇ ਤਰਜ਼ ਦੇ ਉੱਤੇ ਉਸੇ ਰੀਤ ਨੂੰ ਅੱਗੇ ਵਧਾਉਂਦੇ ਹੋਏ ਚੋਣ ਲੜਾਂਗੇ। ਵਿਧਾਇਕ ਆਪਣਾ ਆਗੂ ਚੁਣਨਗੇ, ਜਿਹੜਾ ਵਿਧਾਇਕਾਂ ਨੇ ਆਪਣਾ ਆਗੂ ਚੁਣ ਲਿਆ, ਹਾਈ ਕਮਾਨ ਉਹਦੇ ਮੋਹਰ ਲਾ ਦੂਗੀ। ਹੁਣ ਦੱਸਣਾ ਬਣਦਾ ਕਿ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਅਕਾਲੀ ਦਲ 'ਚ, ਕਾਂਗਰਸ ਤੇ ਹੋਰ ਪਾਰਟੀਆਂ ਦੇ ਵਿੱਚ ਭਾਜਪਾ ਲਗਾਤਾਰ ਪੰਜਾਬ 'ਚ ਸੰਨ ਲਾ ਰਹੀ ਹੈ। ਅਕਾਲੀ ਦਲ ਨਾਲ ਸੰਬੰਧਿਤ ਜੇਕਰ ਮੈਂ 3 ਵੱਡੇ ਪਰਿਵਾਰਾਂ ਦਾ ਜ਼ਿਕਰ ਕਰਾਂ ਤਾਂ ਅਤਕਥਨੀ ਕੋਈ ਨਹੀਂ ਕਿ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਨੂੰ ਕਿਸੇ ਤਰੀਕੇ ਨਾਲ ਉਹ ਜੁੜ ਚੁੱਕੇ ਨੇ, ਹਮਾਇਤ ਦੇ ਚੁੱਕੇ ਨੇ, ਗੱਠਜੋੜ ਕਰ ਚੁੱਕੇ ਨੇ। ਬੀਤੇ ਦਿਨੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਦੋਹਤੇ ਚਲੇ ਗਏ ਸੀ, ਜਦੋਂ ਕਿ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ, ਉਹ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ। ਉਹਨਾਂ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹਿੱਸਾ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸ ਵਕਤ ਗੱਠਜੋੜ ਕਰੀ ਬੈਠਾ ਹੈ ਭਾਜਪਾ ਦੇ ਨਾਲ। ਸੁਖਦੇਵ ਸਿੰਘ ਢੀਂਡਸਾ ਵੱਡੇ ਟਕਸਾਲੀ ਆਗੂ ਨੇ, ਉਹਨਾਂ ਦੀ ਆਪਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਉਹਨਾਂ ਦਾ ਵੀ ਇਸ ਵਕਤ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੈ, ਗੱਠਜੋੜ ਹੈ। ਤੁਸੀਂ ਇਹ ਵੇਖੋ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਲੋਕ ਕਹਿੰਦੇ ਸੀ ਭਾਜਪਾ ਤਾਂ ਪੰਜਾਬ 'ਚ ਮਰੀ ਪਈ ਹੈ, ਭਾਜਪਾ ਨੂੰ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ। ਮੈਂ ਇਹ ਨਹੀਂ ਕਹਿੰਦਾ ਕਿ ਲੋਕ ਮੂੰਹ ਲਾ ਰਹੇ ਨੇ, ਪਰ ਆ ਲੀਡਰ ਲੋਕਾਂ ਦੇ ਆ ਜਾਂ ਨਹੀਂ। ਲੋਕ ਸ਼ਾਇਦ ਹੋ ਸਕਦਾ ਕਿ ਹਾਲੇ ਵੀ ਪਿੱਠ ਕਰਕੇ ਖੜੇ ਹੋਣ, ਕਿਉਂਕਿ ਉਹਦੀ ਤਾਜ਼ਾ ਉਦਾਹਰਨ 5 ਜਨਵਰੀ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਵੀ ਹੈ, ਜਿੱਥੇ ਉਮੀਦ ਸੀ ਕਿ ਕਹਿੰਦੇ ਸੀ ਕਿ 3.5 ਲੱਖ ਤੋਂ 5 ਲੱਖ ਲੋਕ ਭਾਜਪਾ ਵਾਲੇ ਕਹਿੰਦੇ ਸੀ ਆ ਜਾਣਗੇ, ਪਰ ਕਹਿੰਦੇ ਨੇ ਕਿ 700 ਗਿਆ ਸੀ। ਪਰ ਆਹ ਲੀਡਰ ਜਿਹੜੇ ਭਾਜਪਾ ਦੇ ਬੇੜੇ ਜਾਂ ਬੇੜੀ 'ਚ ਸਵਾਰ ਹੋ ਰਹੇ ਨੇ, ਇਹ ਕੀ ਸੋਚ ਕੇ ਜਾ ਰਹੇ ਨੇ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜਿਹੜੇ ਕਹਿੰਦੇ ਸੀ ਕਿ ਭਾਜਪਾ ਨੂੰ 117 ਉਮੀਦਵਾਰ ਨਹੀਂ ਲੱਭਣੇ, ਜਿਸ ਤਰੀਕੇ ਨਾਲ ਰੋਜ਼ਾਨਾ 5-5, 7-7, 10-10 ਵੱਡੇ ਚਿਹਰੇ ਭਾਜਪਾ 'ਚ ਸ਼ਾਮਲ ਹੋ ਰਹੇ ਨੇ, ਇਹਦਾ ਮਤਲਬ ਤਾਂ 117 ਕੀ, ਉਹ ਤਾਂ 234 ਵੀ ਖੜਾ ਸਕਦੇ ਆ। ਪਰ ਹੁਣ
ਸੀਐਮ ਦੇ ਚਿਹਰੇ ਦੇ ਉੱਤੇ ਮੈਂ ਗੱਲ ਕਰ ਰਿਹਾ ਸੀ। ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਵੀ ਇਸ ਮਸਲੇ ਦੇ ਉੱਤੇ ਖੁੱਲ੍ਹੇਆਮ ਵਕਾਲਤ ਕਰ ਚੁੱਕੇ ਹੈ ਕਿ ਭਾਈ ਕਾਂਗਰਸ ਨੂੰ ਸੀਐਮ ਦਾ ਚਿਹਰਾ ਐਲਾਨਣਾ ਚਾਹੀਦਾ। ਕਿਤੇ ਕਿਤੇ ਤਾਂ ਜਦੋਂ ਆਪਣਾ ਉਹ ਪੰਜਾਬ ਮਾਡਲ ਕਾਂਗਰਸ ਦੇ ਮੈਨੀਫੈਸਟੋ ਤੋਂ ਪਹਿਲਾਂ ਐਲਾਨਦੇ ਆ, ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਜ਼ਿਕਰ ਕਰਦੇ ਆ, ਤਾਂ ਉੱਥੇ ਬਸ ਸਿੱਧਾ ਉਹਨਾਂ ਤੋਂ ਕਿਹਾ ਹੀ ਨਹੀਂ ਜਾਂਦਾ ਕਿ ਮੈਂ ਸੀਐਮ ਦਾ ਚਿਹਰਾ ਹੋਣਾ ਚਾਹੀਦਾ ਜਾਂ ਮੈਂ ਸੀਐਮ ਦਾ ਚਿਹਰਾ ਜਾਂ ਮੈਂ ਡਿਜ਼ਰਵ ਕਰਦਾ। ਪਰ ਉਹ ਕਹਿੰਦੇ ਵਿੰਗੇ ਟੇਢੇ ਢੰਗ ਨਾਲ ਇਹੀ ਗੱਲ ਨੇ ਕਿ ਮੇਰੇ ਤੋਂ ਵਧੀਆ ਇਸ ਵਕਤ ਪੰਜਾਬ ਦੀ ਰਖਵਾਲੀ ਕੋਈ ਨਹੀਂ ਕਰ ਸਕਦਾ, ਮੇਰੇ ਕੋਲ ਸਭ ਤੋਂ ਵਧੀਆ ਮਾਡਲ ਹੈ। ਜਦੋਂ ਕਿ ਕਾਂਗਰਸ ਹਾਈ ਕਮਾਨ ਵੀ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਆਖ ਚੁੱਕੇ ਨੇ ਕਿ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਭਾਵੇਂ ਸਾਡੇ ਤਿੰਨੇ ਚਿਹਰੇ ਹੋਣਗੇ, ਇਹਨਾਂ ਦੇ ਨਾਲ ਹੀ ਅਸੀਂ ਸਾਂਝੇ ਤੌਰ ਤੇ ਮੈਦਾਨ ਦੇ ਵਿੱਚ ਕੁੱਦਾਂਗੇ। ਪਰ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੀਡਰ ਕਿਹੜਾ। ਉਹ ਕਹਿੰਦੇ ਸੀ ਬਰਾਤ ਦੇ ਵਿੱਚ ਲਾੜਾ ਨਾ ਹੋਵੇ ਤਾਂ ਬਰਾਤ ਕਿਹੜੇ ਕੰਮ ਦੀ। ਹੁਣ ਉਹਨਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਵੀ ਬਿਆਨ ਸਾਹਮਣੇ ਆਇਆ, ਉਹ ਵੀ ਲਗਭਗ ਖਿਆਲ ਇਸ ਤਰ੍ਹਾਂ ਦਾ ਰੱਖਦੇ ਆ। ਉਹ ਕਹਿੰਦੇ ਵੀ ਦੇਖੋ, ਹਾਈ ਕਮਾਨ ਨੂੰ ਸੀਐਮ ਦੇ ਚਿਹਰੇ ਦਾ ਐਲਾਨ ਕਰਨਾ ਚਾਹੀਦਾ। ਨਾਲ ਉਦਾਹਰਨ ਦਿੱਤੀ, ਇਹਨਾਂ ਨੇ ਉਦਾਹਰਨ ਦਿੱਤੀ ਆ 2017 ਦੀਆਂ ਚੋਣਾਂ ਦੀ ਕਿ ਸਾਡੇ ਸੀਐਮ ਦੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਸੀ, ਅਸੀਂ ਚੋਣਾਂ ਲੜੀਆਂ ਤੇ ਚੋਣ ਦੇ ਵਿੱਚ ਜਿੱਤ ਵੀ ਹਾਸਲ ਕੀਤੀ। ਦੂਸਰੇ ਪਾਸੇ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਉਦਾਹਰਨ ਦਿੱਤੀ ਸੀ ਆਮ ਆਦਮੀ ਪਾਰਟੀ ਦੀ। ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਗਲਤੀ ਕੀਤੀ, ਸੀਐਮ ਦਾ ਚਿਹਰਾ ਨਹੀਂ ਸੀ ਐਲਾਨਿਆ। ਲੋਕਾਂ ਨੂੰ ਵੀ ਲੱਗਦਾ ਸੀ, ਆਪ ਨੂੰ ਵੀ ਲੱਗਦਾ ਸੀ ਕਿ ਸਰਕਾਰ ਸਾਡੀ ਬਣੂ, ਪਰ ਮਿਲਿਆ ਕੀ 20 ਸੀਟਾਂ। ਤੇ ਹੁਣ ਕੱਲ ਅਰਵਿੰਦ ਕੇਜਰੀਵਾਲ ਵੀ ਪੰਜਾਬ ਸੀ, ਉਹਨਾਂ ਨੂੰ ਵੀ ਪੁੱਛ ਲਿਆ ਗਿਆ, ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਲੋਕ ਹੋਰ ਮੁੱਦੇ ਬਾਰੇ ਭਾਵੇਂ ਪੁੱਛਣ ਨਾ ਪੁੱਛਣ, ਸੀਐਮ ਕੌਣ ਹੋਊ, ਸੀਐਮ ਕੌਣ ਹੋਊ, ਅਸੀਂ ਚਿਹਰਿਆਂ ਦੀ ਰਾਜਨੀਤੀ ਤੋਂ ਹਲੇ ਉੱਪਰ ਨਹੀਂ ਉੱਠੇ। ਉਹਨਾਂ ਨੇ ਵੀ ਦੱਸ ਦਿੱਤਾ ਕਿ ਅਗਲੇ ਹਫ਼ਤੇ ਅਸੀਂ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿਆਂਗੇ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ 14 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ। ਹੁਣ ਭਾਜਪਾ ਇਸ ਵਕਤ ਕਾਫੀ ਹਿਲਚੁਲ ਕਰ ਰਹੀ ਹੈ। ਬੈਂਸ ਭਰਾ ਆਪਣੇ ਕਾਰਜਸ਼ੈਲੀ ਦੇ ਕਾਰਨ, ਆਪਣੇ ਬਿਆਨਾਂ ਦੇ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਬੀਤੇ ਕਈ ਦਿਨ ਤੋਂ ਖਬਰਾਂ ਦਾ ਬਾਜ਼ਾਰ ਗਰਮ ਹੈ ਕਿ ਬੈਂਸ ਭਰਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਆ, ਭਾਜਪਾ 'ਚ ਜਾ ਸਕਦੇ ਆ। ਪਰ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਸ ਗੱਲ ਨੂੰ ਨਕਾਰਿਆ। ਉਹ ਕਹਿੰਦੇ ਇਹ ਬਿਲਕੁਲ ਠੀਕ ਗੱਲ ਨਹੀਂ, ਇਹ ਅਫਵਾਹ ਹੈ। ਪਰ ਭਰੋਸੇਯੋਗ ਸੂਤਰ ਨੇ ਜਿਹੜੇ ਗੱਲ ਦੱਸ ਰਹੇ ਨੇ ਕਿ ਬੈਂਸ ਭਰਾਵਾਂ ਦੇ ਨਾਲ ਭਾਜਪਾ ਗੱਠਜੋੜ ਕਰ ਸਕਦੀ ਹੈ। ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਭਾਜਪਾ ਆਤਮਨਗਰ ਵਿਧਾਨ ਸਭਾ ਜਿਹੜਾ ਹਲਕਾ ਹੈ ਉੱਥੇ ਤੇ ਦੱਖਣੀ ਅਤੇ ਗਿੱਲ ਜਿਹੜੇ 3 ਹਲਕੇ ਨੇ ਲੁਧਿਆਣੇ ਦੇ, ਸ਼ਾਇਦ ਉੱਥੋਂ ਫਿਰ ਆਪਣੇ ਉਮੀਦਵਾਰ ਨਾ ਉਤਾਰੇ। ਪਰ ਬੈਂਸ ਭਰਾ ਆਪਣੇ ਕੁਝ ਸਮਰਥਕਾਂ ਨੂੰ ਹੋਰ ਥਾਵਾਂ ਤੋਂ ਵੀ ਟਿਕਟਾਂ ਦੇਣ ਦਾ ਵਾਅਦਾ ਕਰੀ ਬੈਠੇ ਹੈ। ਹੁਣ ਇਹ ਡਿਪੈਂਡ ਕਰਦਾ ਕਿ ਜੇ ਗੱਠਜੋੜ ਹੁੰਦਾ ਤਾਂ ਕਿੰਨੀਆਂ ਸੀਟਾਂ ਛੱਡੀਆਂ ਜਾ ਸਕਦੀਆਂ ਨੇ। ਪਰ ਇਹ ਪੱਕਾ ਪਤਾ ਲੱਗ ਰਿਹਾ ਹੈ ਕਿ ਜਿੱਥੇ ਜੇਕਰ ਗੱਠਜੋੜ ਹੁੰਦਾ ਤਾਂ ਭਾਜਪਾ ਵਾਲੇ ਬੈਂਸ ਭਰਾਵਾਂ ਦੇ ਖਿਲਾਫ ਆਪਣਾ ਕੋਈ ਉਮੀਦਵਾਰ ਉਤਾਰਨਗੇ ਨਹੀਂ। ਪਰ ਕੀ ਜਿਹੜੇ ਉਹਨਾਂ ਦੇ ਬਾਕੀ ਹਮਾਇਤੀ ਨੇ ਜਿਨ੍ਹਾਂ ਨੂੰ ਉਹਨੇ ਕਿਹਾ ਤੁਹਾਨੂੰ ਵੀ ਟਿਕਟ ਦੇਵਾਂਗੇ 2022 ਦੇ ਵਿੱਚ, ਕੀ ਉਹਨਾਂ ਨੂੰ ਭਾਜਪਾ ਸੀਟਾਂ ਛੱਡਦੀ ਹੈ ਜਾਂ ਨਹੀਂ? ਉਮੀਦ ਹੈ ਕਿ ਉਹਨਾਂ ਨੂੰ ਟਿਕਟ ਮਿਲਣੀ ਮੁਸ਼ਕਲ ਹੋ ਸਕਦੀ ਹੈ। ਪਰ ਇੱਥੇ ਦੱਸਣਾ ਬਣਦਾ ਕਿ ਸਾਲ 2017 ਦੇ ਵਿੱਚ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜੀ ਸੀ। ਗਿੱਲ ਰੋਡ ਦੀ ਦਾਣਾ ਮੰਡੀ ਦੇ ਵਿੱਚ ਇੱਕ ਵੱਡੀ ਰੈਲੀ ਹੋਈ ਸੀ ਜਿੱਥੇ ਅਰਵਿੰਦ ਕੇਜਰੀਵਾਲ ਉਚੇਚੇ ਤੌਰ ਤੇ ਪਹੁੰਚੇ ਸੀ ਤੇ ਉੱਥੇ ਹੀ ਫਿਰ ਇਸ ਗੱਠਜੋੜ ਦਾ ਐਲਾਨ ਕੀਤਾ ਗਿਆ ਸੀ। ਲੋਕ ਇਨਸਾਫ ਪਾਰਟੀ ਨੇ 5 ਹਲਕਿਆਂ ਤੋਂ ਚੋਣ ਲੜੀ ਸੀ ਅਤੇ 2 ਤੋਂ ਜਿੱਤ ਪ੍ਰਾਪਤ ਕੀਤੀ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਸਿਮਰਜੀਤ ਸਿੰਘ ਬੈਂਸ ਜਾਂ ਬੈਂਸ ਭਰਾ ਆਖਾਂ ਇਸ ਵਕਤ ਕਾਂਗਰਸ ਤੇ ਭਾਜਪਾ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਸੰਪਰਕ ਵਿੱਚ ਸੀ ਅਤੇ ਦੋਵਾਂ ਪਾਰਟੀਆਂ ਦੇ ਵੱਲੋਂ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਕਈ ਤਰ੍ਹਾਂ ਦੇ ਫਾਇਦੇ ਦੇਣ ਦੀਆਂ ਗੱਲਾਂ ਵੀ ਆਖੀਆਂ ਗਈਆਂ। ਪਹਿਲਾਂ ਤਾਂ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਸੀ ਕਿ ਸਿਮਰਜੀਤ ਸਿੰਘ ਬੈਂਸ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਰ ਇਹ ਹੋਇਆ ਨਹੀਂ। ਬਾਅਦ ਦੇ ਵਿੱਚ ਗੱਠਜੋੜ ਦੀ ਗੱਲ ਚੱਲੀ ਪਰ ਉਹ ਵੀ ਸਫਲ ਨਹੀਂ ਹੋਈ, ਨੇਪਰੇ ਨਾ ਚੜੀ। ਪਰ ਦੂਸਰੇ ਪਾਸੇ ਮੈਂ ਫਿਰ ਦੱਸ ਦਿਆਂ ਕਿ ਵਿਧਾਇਕ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਹਾਲੇ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ। ਉਹਨਾਂ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਉਹਦੇ ਤੋਂ ਬਾਅਦ ਜਿਹੜਾ ਵੀ ਕੋਈ ਫੈਸਲਾ ਹੋਇਆ ਅਸੀਂ ਉਹ ਤੁਹਾਨੂੰ ਦੱਸ ਦਿਆਂਗੇ। ਪਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਉਹਨਾਂ ਨੇ ਸਿਰੇ ਤੋਂ ਨਕਾਰ ਦਿੱਤਾ। ਉਹ ਕਹਿੰਦੇ ਲੋਕ ਇਨਸਾਫ ਪਾਰਟੀ ਪੰਜਾਬ ਦੀ ਸਿਆਸੀ ਪਾਰਟੀਆਂ ਚੋਂ ਉਹ ਇੱਕ ਪਾਰਟੀ ਹੈ ਜਿਹਨੇ ਪੰਜਾਬ ਦੇ ਹਿੱਤਾਂ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਤੇ ਸੰਘਰਸ਼ ਲੜਿਆ ਹੈ। ਪਰ ਕਈ ਦਿਨ ਤੋਂ ਕਨਸੂਆਂ ਮਿਲ ਰਹੀਆਂ ਨੇ ਕਿ ਹੋ ਸਕਦਾ ਹੈ ਸ਼ਾਮਲ ਤਾਂ ਨਾ ਹੋਣ ਪਰ ਗੱਠਜੋੜ ਕਰ ਸਕਦੇ ਆ। ਸੱਚਮੁੱਚ ਜੇਕਰ ਬੈਂਸ ਭਰਾ ਜਾਂ ਲੋਕ ਇਨਸਾਫ ਪਾਰਟੀ ਵੀ ਗੱਠਜੋੜ ਕਰਦੀ ਹੈ
ਤਾਂ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਕੈਪਟਨ ਅਮਰਿੰਦਰ ਸਿੰਘ ਉਧਰ, ਸੁਖਦੇਵ ਸਿੰਘ ਢੀਂਡਸਾ ਉਧਰ, ਆ ਕਿੰਨਿਆਂ ਦਾ ਹੋਰਨਾਂ ਦਾ ਮੈਂ ਜ਼ਿਕਰ ਕੀਤਾ, ਉਹ ਉਧਰ ਫਤਿਹ ਜੰਗ ਬਾਜਵਾ, ਗੁਰਮੀਤ ਰਾਣਾ ਸੋਢੀ, ਜੇ ਬੈਂਸ ਭਰਾ ਵੀ ਚਲੇ ਗਏ, ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਭਾਈ ਪੰਜਾਬ ਦੇ ਹਤੈਸ਼ੀਆਂ ਤੋਂ ਇੱਕ ਵਾਰੀ ਫੇਰ ਆਖਿਆ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਵਾਸਤੇ ਲੜਨ ਵਾਲੇ ਲੋਕ ਹਾਂ। ਕਿ ਇਹਦਾ ਮਤਲਬ ਪੰਜਾਬ ਕੁਝ ਹੋਰ ਚਾਹੁੰਦਾ ਤੇ ਲੀਡਰ ਕੁਝ ਹੋਰ ਚਾਹੁੰਦੇ ਨੇ, ਜਾਂ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੀਡਰ ਉਸ ਗੱਲ ਨੂੰ ਸਮਝ ਨਹੀਂ ਰਹੇ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਤੇ ਗੁੰਝਲਦਾਰ ਸਵਾਲ ਹੈ ਕਿ ਜੇ ਸੱਚਮੁੱਚ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣਨ ਤੱਕ ਨਹੀਂ ਪਹੁੰਚੇ, 700 ਬੰਦਾ ਪਹੁੰਚਿਆ, ਤਾਂ ਫਿਰ ਕਿਸ ਚੀਜ਼ ਨੂੰ ਆਧਾਰ ਬਣਾ ਕੇ ਵੱਡੇ ਵੱਡੇ ਆਗੂ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ? ਜਾਂ ਫਿਰ ਇਹ ਉੱਪਰੋਂ ਗੱਲ ਕੁਝ ਹੋਰ ਹੈ ਕਿ ਭਾਜਪਾ ਦਾ ਸਾਇਲੈਂਟ ਵੋਟਰ ਹੈ, ਵੋਟਾਂ ਵਾਲੇ ਦਿਨ ਨਿਕਲ ਕੇ ਵੋਟ ਜ਼ਰੂਰ ਪਾਊ ਪਰ ਉਹਨਾਂ ਦੇ ਇਕੱਠਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ, ਬਹੁਤ ਸਾਰੀ ਤਸਵੀਰ ਸਾਫ਼ ਹੋਣ ਦੀ ਸੰਭਾਵਨਾ ਹੈ ਤੇ ਸਿਆਸਤ ਵਿੱਚ ਸੰਭਾਵਨਾਵਾਂ ਰਹਿੰਦੀਆਂ ਵੀ ਹਮੇਸ਼ਾ ਨੇ। ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ, ਕਿਸੇ ਪਾਰਟੀ ਨੂੰ ਛੱਡਣਾ ਲੀਡਰ ਦੀ ਆਪਣੀ ਮਰਜ਼ੀ ਹੋਇਆ ਕਰਦੀ ਹੈ, ਪਰ ਉਹਨੂੰ ਚੁਣਨਾ, ਉਹਨੂੰ ਜਿਤਾਉਣਾ ਜਾਂ ਹਰਾਉਣਾ ਇਹ ਤੁਹਾਡੀ ਮਰਜ਼ੀ ਹੋਇਆ ਕਰਦੀ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਇੱਕ ਵਾਰ ਫਿਰ ਆਪ ਸਭ ਨੂੰ ਲੋਹੜੀ ਮੁਬਾਰਕ। ਤੇ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।